ਪਾਵਨ ਪਵਿੱਤਰ ਕਲਿਆਣਕਾਰੀ ਸਤਿਗੁਰਾਂ ਦਾ ਇਤਿਹਾਸ ਗੁਰੂ ਜਸ ਸਰਵਣ ਕਰ ਲਾਹਾ ਪ੍ਰਾਪਤ ਕਰਨਾ ਕਰੀਏ ਜੀ। ਸੋ ਕੱਲ ਦੇ ਦੀਵਾਨਾਂ ਅੰਦਰ ਆਪ ਗੁਰਸਿੱਖ ਸੰਗਤਾਂ ਪ੍ਰਸੰਗ ਸਰਵਣ ਕੀਤਾ ਕਿ ਕਹਿਲੂਰਪਤੀ ਭੀਮ ਚੰਦ ਜਿਸ ਦੇ ਪੁੱਤਰ ਦਾ ਰਿਸ਼ਤਾ ਸ੍ਰੀਨਗਰ ਦੇ ਰਾਜਾ ਫਤਿਹ ਸ਼ਾਹ ਦੀ ਪੁੱਤਰੀ ਦੇ ਨਾਲ ਹੋਇਆ ਹੈ। ਜਦੋਂ ਰਿਸ਼ਤਾ ਹੋਏ ਨੂੰ ਕੁਝ ਅਰਸਾ ਸਮਾਂ ਗੁਜ਼ਰਿਆ ਹੈ ਤਾਂ ਫਤਿਹ ਸ਼ਾਹ ਨੇ ਸਾਹਾ ਸਦਵਾ ਕੇ ਸਾਹੀ ਚਿੱਠੀ ਭੀਮ ਚੰਦ ਨੂੰ ਭੇਜੀ ਹੈ ਤੇ ਨਾਲ ਹੀ ਇਹ ਵੀ ਤਾਕੀਦ ਕੀਤੀ ਹੈ ਕਿ ਬਰਾਤ ਬਹੁਤ ਠਾਠ ਬਾਠ ਦੇ ਨਾਲ ਲੈ ਕੇ ਆਓ। ਭੀਮ ਚੰਦ ਦੇ ਕੋਲ ਸਾਹੀ ਚਿੱਠੀ ਪਹੁੰਚੀ ਹੈ ਹਲਕਾਰੇ ਦੁਆਰਾ ਅਤੇ ਫਤਿਹ ਸ਼ਾਹ ਦੇ ਇਸ ਤਰ੍ਹਾਂ ਸੁਨੇਹੇ ਮਿਲੇ ਹੈ ਜਿਨ੍ਹਾਂ ਨੂੰ ਸੁਣ ਕੇ ਵਿਆਹ ਦੀਆਂ ਤਿਆਰੀਆਂ ਭੀਮ ਚੰਦ ਬੜੀ ਖੁਸ਼ੀ ਨਾਲ ਕਰਨ ਲੱਗਾ ਹੈ। ਜਿੱਥੇ ਹੋਰ ਬੇਅੰਤ ਸਮੱਗਰੀਆਂ ਇਕੱਤਰਿਤ ਕਰ ਰਿਹਾ ਹੈ ਉੱਥੇ ਗੁਰਾਂ ਕੋਲੋਂ ਅਦੁੱਤੀ ਵਸਤੂਆਂ ਲੈਣ ਦਾ ਚਾਹਵਾਨ ਹੈ। ਆਪਣੀ ਜੋ ਮੰਤਰੀ ਮੰਡਲ ਦੀ ਸਭਾ ਹੈ ਉਹ ਸੱਦੀ ਹੈ ਤੇ ਸਲਾਹ ਕਰਦਾ ਹੈ ਗੁਰਾਂ ਕੋਲੋਂ ਇਹ ਵਸਤੂਆਂ ਤੰਬੂ, ਹਾਥੀ, ਪੰਚਕਲਾ, ਸ਼ਸਤਰ, ਚੌਂਕੀ ਇਹ ਕਿਵੇਂ ਲਈਆਂ ਜਾਣ। ਸਲਾਹਕਾਰਾਂ ਨੇ ਸਲਾਹ ਦਿੱਤੀ ਪ੍ਰੇਮ ਨਾਲ ਹੀ ਲਈਆਂ ਜਾ ਸਕਦੀਆਂ ਹਨ। ਤਾਂ ਮਨ ਦੇ ਵਿੱਚ ਛਲ ਰੱਖ ਕੇ ਭੀਮ ਚੰਦ ਕਹਿੰਦਾ ਹੈ ਕਿ ਪ੍ਰੋਹਤ ਤੇ ਮੈਂ ਆਪਣੇ ਸੰਬੰਧੀ ਕੇਸਰੀ ਚੰਦ ਨੂੰ ਸਤਿਗੁਰਾਂ ਕੋਲ ਭੇਜਦਾ ਹਾਂ। ਬੜੇ ਸਿਆਣੇ ਹਨ ਇਹ ਸਤਿਗੁਰਾਂ ਦੇ ਕੋਲੋਂ ਇਹ ਵਸਤੂਆਂ ਜਿਵੇਂ ਕਿਵੇਂ ਕਰਕੇ ਤੇ ਲੈ ਆਉਣਗੇ। ਸੋ ਐਸੀ ਸਲਾਹ ਪੱਕੀ ਹੋਈ ਅਤੇ ਦੋਨਾਂ ਨੂੰ ਪੰਮਾ ਪ੍ਰੋਹਤ ਤੇ ਕੇਸਰੀ ਚੰਦ ਜੋ ਭੀਮ ਚੰਦ ਦਾ ਸਾਲਾ ਹੈ ਦੋਨੋਂ ਹੀ ਤਿਆਰ ਹੋਏ ਹਨ ਅਨੰਦਪੁਰ ਸਾਹਿਬ ਨਗਰੀ ਨੂੰ ਆਉਣ ਵਾਸਤੇ। ਇਹ ਪ੍ਰਸੰਗ ਪਿਛਲੇ ਦੀਵਾਨਾਂ ਅੰਦਰ ਆਪਾਂ ਸਰਵਣ ਕਰ ਚੁੱਕੇ ਹਾਂ। ਇਸ ਤੋਂ ਅੱਗੋਂ ਪਾਵਨ ਕਥਾ ਦੀ ਆਰੰਭਤਾ ਹੋ ਰਹੀ ਹੈ। ਕਲਿਆਣਕਾਰੀ ਸਤਿਗੁਰਾਂ ਦਾ ਇਤਿਹਾਸ ਗੁਰੂ ਜਸ ਸਰਵਣ ਕਰ ਲਾਹ ਪ੍ਰਾਪਤ ਕਰਨਾ ਕਰੀਏ ਜੀ। ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀਓ। ਦੋਹਰਾ ਭੀਮ ਚੰਦ ਵਿੱਚ ਸਭਾ ਕੇ। ਗੁਰੂ ਰੂਪ ਸਾਧ ਸੰਗਤ ਜੋ ਭੀਮ ਚੰਦ ਰਾਜਾ ਹੈ ਉਸਨੇ ਆਪਣੀ ਸਭਾ ਵਿੱਚ ਦੋਨਾਂ ਪਠੇ ਬੁਲਾਏ। ਦੋਨਾਂ ਨੂੰ ਹੀ ਬੁਲਾਵਾ ਭੇਜਿਆ ਹੈ ਕਿਉਂਕਿ ਰਾਤ ਸਲਾਹ ਹੋਈ ਆਪੋ ਆਪਣੇ ਆਸਨਾਂ ਤੇ ਸਾਰੇ ਚਲੇ ਗਏ। ਦਿਨੇ ਫਿਰ ਸਭਾ ਲਾਈ ਤੇ ਭੀਮ ਚੰਦ ਆਪਣੇ ਇਹ ਦੋਨੋਂ ਹੀ ਜਿਨ੍ਹਾਂ ਨੂੰ ਤਿਆਰ ਕੀਤਾ ਹੈ ਸਤਿਗੁਰਾਂ ਵੱਲ ਭੇਜਣ ਵਾਸਤੇ ਇਹਨਾਂ ਨੂੰ ਆਮੰਤਰਿਤ ਕੀਤਾ ਆਪਣੇ ਕੋਲ ਸੱਦਿਆ। ਏਕ ਕੇਸਰੀ ਚੰਦ ਕੋ। ਇੱਕ ਜੋ ਕੇਸਰੀ ਚੰਦ ਹੈ ਪੰਮਾ ਪ੍ਰੋਹਤ ਆਏ। ਤੇ ਦੂਸਰਾ ਜੋ ਪੰਮਾ ਪ੍ਰੋਹਤ ਹੈ ਸਵਈਆ ਛੰਦ। ਦੋਨੋਂ ਕਹਿ ਬਿਠਾਏ ਸਮਝਾਇਓ। ਦੋਨਾਂ ਨੂੰ ਹੀ ਕੋਲ ਬਿਠਾਇਆ
ਤੇ ਭੀਮ ਚੰਦ ਸਮਝਾਉਂਦਾ ਹੈ। ਨੀਤ ਰੀਤ ਨੀਕੇ ਤੁਮ ਚੀਨਾ। ਤੁਸੀਂ ਸਿਆਣੇ ਹੋ, ਦਾਨਸ਼ਮੰਦ ਹੋ, ਇਸ ਵਾਸਤੇ ਮੈਂ ਤੁਹਾਨੂੰ ਦੋਨਾਂ ਨੂੰ ਭੇਜ ਰਿਹਾ ਹਾਂ। ਤੇ ਤੁਸੀਂ ਜਦ ਗੁਰਾਂ ਕੋਲ ਜਾ ਕੇ ਬਚਨ ਵਿਲਾਸ ਕਰਨੇ ਹੈ ਤਾਂ ਇੱਕ ਤਾਂ ਨੀਤੀ ਵਾਲੀ ਜਿਹੜੀ ਰੀਤ ਹੈ, ਮਰਜ਼ਾਦਾ ਹੈ, ਉਹਨੂੰ ਚੰਗੀ ਤਰ੍ਹਾਂ ਜਾਣਿਓ ਤੇ ਨੀਤੀ ਦੇ ਅਨੁਸਾਰ ਗੱਲ ਕਰਿਓ। ਪਹੁੰਚਹੁ ਸਤਿਗੁਰ ਕੇ ਸਮੀਪ ਚਲ। ਤੇ ਸਤਿਗੁਰੂ ਧੰਨ ਕਲਗੀਧਰ ਪਾਤਸ਼ਾਹ ਜੀ ਦੇ ਕੋਲ ਚੱਲ ਕੇ ਜਾਓ। ਨਮੋ ਕਰਹੁ ਕਰ ਜੋਰ ਅਧੀਨ। ਦੋਨੋਂ ਹੱਥ ਜੋੜ ਕੇ ਸਤਿਗੁਰਾਂ ਦੇ ਅੱਗੋਂ ਬੜੀ ਅਧੀਨਤਾਈ ਨਾਲ ਬਹੁਤ ਨਿਵਕੇ ਨਮਸਕਾਰ ਕਰਨੀ ਹੈ। ਮਮ ਦੇਸ਼ ਤੇ ਧਰ ਚਰਨਨ ਪਰ ਕਰ। ਮੇਰੇ ਵੱਲੋਂ ਵੀ ਸਤਿਗੁਰਾਂ ਦੇ ਚਰਨਾਂ ਤੇ ਮੱਥਾ ਟੇਕਿਓ, ਮੇਰੇ ਵੱਲੋਂ ਵੀ ਗੁਰਾਂ ਨੂੰ ਨਮਨ ਕਰਿਓ। ਬੇਨਤੀ ਭਲੇ ਸੁਨਾਏ ਪ੍ਰਬੀਨ। ਤੇ ਭਲੀ ਪ੍ਰਕਾਰ ਬੜੀ ਪ੍ਰਬੀਨ ਨਾਮ ਸਿਆਣਪ ਨਾਲ, ਸਮਝਦਾਰੀ ਨਾਲ ਸਤਿਗੁਰਾਂ ਦੇ ਅੱਗੋਂ ਬਿਨੈ ਕਰਿਓ, ਬੇਨਤੀ ਕਰਿਓ। ਭਨਹੁ ਪ੍ਰਸ਼ੰਸਾ ਪਰਮ ਪ੍ਰਸੰਨ ਕਰ। ਤੇ ਸਤਿਗੁਰਾਂ ਦੀ ਪ੍ਰਸ਼ੰਸਾ ਕਰਿਓ, ਉਹਨਾਂ ਦੀ ਕੀਰਤੀ, ਉਹਨਾਂ ਦਾ ਜਸ ਕਰਿਓ, ਉਹਨਾਂ ਦੇ ਗੁਣ ਵਰਣਨ ਕਰੋਗੇ ਤਾਂ ਉਹ ਪ੍ਰਸੰਨ ਹੋਣਗੇ। ਸੋ ਉਹਨਾਂ ਦੀ ਕੀਰਤੀ ਕਰਕੇ ਪਹਿਲਾਂ ਉਹਨਾਂ ਦੀ ਪ੍ਰਸੰਨਤਾ ਹਾਸਲ ਕਰਿਓ। ਜਾਚਹੁ ਵਸਤ ਅਜਬ ਇਕ ਤੀਨ। ਉਪਰੰਤ ਜਿਹੜੀਆਂ ਇਹ ਅਜਬ ਅਜੀਬ ਵਸਤੂਆਂ ਹਨ, ਇੱਕ ਤੇ ਤਿੰਨ ਭਾਵ ਚਾਰ, ਤੰਬੂ, ਹਾਥੀ, ਚੌਂਕੀ ਅਤੇ ਪੰਚਕਲਾ ਸ਼ਸਤਰ, ਇਹ ਚਾਰੇ ਹੀ ਵਸਤੂਆਂ ਸਤਿਗੁਰਾਂ ਕੋਲੋਂ ਮੰਗਿਓ। ਸੁਮਤ ਸਹਿਤ ਚਾਤੁਰਤਾ ਰਚ ਬਹੁ। ਬੜੀ ਸ੍ਰੇਸ਼ਟ ਮਤ ਨਾਲ ਤੇ ਬੜੀ ਚਤੁਰਾਈ, ਬੜੀ ਸਮਝਦਾਰੀ ਨਾਲ ਜਿਉ ਕਿਉ ਲੀਜੈ ਕੀਜੈ ਕਾਜ। ਜਿਵੇਂ ਕਿਵੇਂ ਵੀ ਕਰਕੇ ਇਹ ਚਾਰੇ ਹੀ ਵਸਤੂਆਂ ਸਤਿਗੁਰਾਂ ਕੋਲੋਂ ਲੈ ਕੇ ਤੇ ਇਹ ਜਿਹੜਾ ਕਾਰਜ ਹੈ ਇਹਨੂੰ ਨੇਪਰੇ ਚਾੜਨਾ ਤੁਸਾਂ ਨੇ। ਪੁੱਤਰ ਹਮਾਰੋ ਆਪਨੋ ਸਮਝਹੁ। ਸਤਿਗੁਰਾਂ ਨੂੰ ਮੇਰੇ ਵੱਲੋਂ ਕਿਹੋ ਕਿ ਸਤਿਗੁਰੂ ਜੀ, ਮੇਰਾ ਪੁੱਤਰ ਜਿਹੜਾ ਹੈ ਉਹ ਵੀ ਆਪ ਜੀ ਦਾ ਹੀ ਪੁੱਤਰ ਹੈ। ਸੋ ਮੇਰੇ ਪੁੱਤਰ ਵਿੱਚ, ਆਪ ਜੀ ਦੇ ਪੁੱਤਰ ਵਿੱਚ ਭੇਦ ਨਹੀਂ ਹੈ। ਮੇਰਾ ਪੁੱਤਰ ਤੁਹਾਡਾ ਹੀ ਪੁੱਤਰ ਹੈ। ਹਾਨ ਲਾਭ ਕੀ ਸੰਸਰ ਲਾਜ। ਤੇ ਪੁੱਤਰ ਦੇ ਵਿਆਹ ਦੀ ਤਿਆਰੀ ਚੱਲ ਰਹੀ ਹੈ, ਬਰਾਤ ਚੜ੍ਹ ਕੇ ਜਾਣੀ ਹੈ ਤੇ ਅੱਗੋਂ ਕੁੜਮਾਂ ਦੇ ਘਰੇ ਹਾਨੀ ਹੋਵੇ ਤੇ ਭਾਵੇਂ ਲਾਭ ਹੋਵੇ, ਜਸ ਹੋਵੇ, ਇਹ ਸਮਾਨ ਬਰਾਬਰ ਹੀ ਹਨ। ਹਾਨੀ ਵੀ ਤੁਹਾਨੂੰ ਸਮਾਨ ਹੀ ਹੋਵੇਗੀ, ਲਾਭ ਹੋਇਆ, ਕੀਰਤੀ ਹੋਈ ਤੇ ਤੁਹਾਡਾ ਵੀ ਨਾਲ ਹੀ ਜਸ ਹੋਵੇਗਾ, ਕਿਉਂ ਮੇਰਾ ਪੁੱਤਰ ਤੁਹਾਡਾ ਪੁੱਤਰ ਹੀ ਹੈ। ਏਕ ਘਰ ਲਖਹੁ ਰਖਹੁ ਨਿਜ ਕਰੁਣਾ। ਇੱਕੋ ਹੀ ਘਰ ਜਾਣੋ ਤੇ ਆਪਣੀ ਕਰੁਣਾ, ਆਪਣੀ ਕਿਰਪਾ ਬਣਾ ਰੱਖੋ। ਪੁੱਤਰ ਵਿਆਹ ਬਹੁ ਮਿਲੈ ਸਮਾਜ। ਕਿਉਂਕਿ ਪੁੱਤਰ ਦੇ ਵਿਆਹ ਵਿੱਚ ਬਹੁਤ ਜ਼ਿਆਦਾ ਸਮਾਜ ਇਕੱਤਰਿਤ ਹੋਣਾ ਹੈ, ਬਹੁਤ ਲੋਕ ਵਿਆਹ ਵਿੱਚ ਇਕੱਠੇ ਹੋਣੇ ਹਨ। ਤਹਾਂ ਆਬਰੂ ਕਰਹੁ ਵਧਾਵਨ। ਤੇ ਉੱਥੇ ਮੇਰੀ ਆਬਰੂ, ਮੇਰੀ ਪੱਤ ਜਿਹੜੀ ਹੈ
ਉਹ ਵਧਾਓ। ਤੁਸੀਂ ਕਿਰਪਾ ਕਰਕੇ ਮੇਰੀ ਪਾਤਾ ਬਰੋ ਵਧਾ ਸਕਦੇ ਹੋ। ਸਭ ਰਾਜੇ ਜਨ ਹੈ ਸਿਰ ਤਾਜ। ਕਿਉਂਕਿ ਸਾਰੇ ਰਾਜੇ ਜਿਹੜੇ ਐ ਉਹ ਮੈਨੂੰ ਸਿਰਤਾਜ ਜਾਣਨ, ਭਾਵ ਸਾਰਿਆਂ ਤੋਂ ਸ਼੍ਰੋਮਣੀ ਜਾਣਨ, ਅਥਵਾ ਸਾਰੇ ਰਾਜੇ ਮੈਨੂੰ ਸ਼੍ਰੋਮਣੀ ਲਖਦੇ ਹਨ ਕਿ ਭੀਮ ਚੰਦ ਇਹ 22 ਧਾਰ ਦੇ ਰਾਜਿਆਂ ਦਾ ਜੋ ਪ੍ਰਮੁੱਖ ਰਾਜਾ ਹੈ, ਵੱਡਾ ਰਾਜਾ ਹੈ। ਤੇ ਮੇਰਾ ਜਿਹੜਾ ਇਹ ਮਾਣ ਸਨਮਾਨ ਇਸੇ ਤਰ੍ਹਾਂ ਬਰਕਰਾਰ ਰਵੇ, ਅਥਵਾ ਇਸ ਤੋਂ ਵੀ ਅਧਿਕ ਮਾਣ ਸਨਮਾਨ ਵਧੇ, ਨਾ ਕਿ ਉਥੇ ਮੇਰੀ ਪਾਤਾ ਬਰੋਹੀ ਚਲੀ ਜਾਵੇ। ਸਾਰਾ ਸਮਾਜ ਜਿਤਨੇ ਵੀ ਰਾਜੇ ਗਣ ਹਨ ਉਥੇ ਇਕੱਤਰਤ ਹੋਏ ਹੋਣੇ ਵਿਆਹ ਵਿੱਚ। ਇਤਿਆਦਿਕ ਬਹੁ ਕਰਹੁ ਉਚਾਰਨ। ਇਤਿਆਦ ਸਤਿਗੁਰਾਂ ਦੇ ਨਾਲ ਹੋਰ ਬਹੁਤ ਚਤੁਰਾਈ ਦੇ ਨਾਲ ਇਸ ਤਰ੍ਹਾਂ ਦੇ ਬਚਨ ਵਿਲਾਸ ਕਹਿ ਕੇ ਸਤਿਗੁਰਾਂ ਨੂੰ ਪ੍ਰਭਾਵਿਤ ਵੀ ਕਰਿਓ ਤੇ ਸਤਿਗੁਰਾਂ ਨੂੰ ਇਉਂ ਭਾਵਨਾ ਦੁਆਰਾ ਵੀ ਸਤਿਗੁਰਾਂ ਨੂੰ ਇਹ ਵਸਤੂਆਂ ਦੇਣ ਵਾਸਤੇ ਮਜਬੂਰ ਕਰਿਓ। ਰੁਖ ਦੇਖਹੁ ਜੇ ਕਾਰਜ ਹੋਇ ਨਾ। ਤੇ ਫਿਰ ਰੁਖ ਵੇਖਿਆ ਜੀ, ਜੇ ਤੁਹਾਨੂੰ ਲੱਗੇ ਕਿ ਇਸ ਤਰ੍ਹਾਂ ਦੀਆਂ ਜੁਗਤੀਆਂ ਵਰਤ ਕੇ ਵੀ ਇਹ ਕਾਰਜ ਸੰਪੰਨ ਨਹੀਂ ਹੋ ਰਿਹਾ, ਇਹ ਜੁਗਤੀਆਂ ਵਰਤਨ ਉਪਰੰਤ ਵੀ ਇਹ ਵਸਤੂਆਂ ਗੁਰਦੇਵ ਨਹੀਂ ਦੇ ਰਹੇ। ਪੁਨ ਲਾਲਚ ਕੀ ਬਾਤ ਸੁਨਾਵਹੁ। ਤਾਂ ਸਤਿਗੁਰਾਂ ਨੂੰ ਫਿਰ ਮਾਇਆ ਦੇ ਲਾਲਚ ਦੀ ਜਿਹੜੀ ਗੱਲ ਹੈ ਇਹ ਵੀ ਕਰਿਓ। ਆਵਹਿ ਵਿਆਹ ਜਬਹਿ ਸੁਖ ਚੈਨ। ਇਸ ਤਰ੍ਹਾਂ ਕਿਹੋ ਕਿ ਜਦੋਂ ਵਿਆਹ ਕਰਕੇ ਸੁਖ ਅਤੇ ਚੈਨ ਦੇ ਨਾਲ ਵਾਪਸ ਆ ਜਾਵਾਂਗੇ। ਚਾਰਹੁ ਵਸਤ ਸ਼ੀਘਰ ਪਹੁੰਚਾਵਹਿ। ਇਹ ਸਤਿਗੁਰੂ ਜੀ ਚਾਰ ਵਸਤੂਆਂ ਆਪ ਜੀ ਦੀਆਂ ਛੇਤੀ ਆਪ ਜੀ ਦੇ ਕੋਲ ਭੇਜ ਦਿਆਂਗੇ। ਵਿਆਹ ਤੋਂ ਆਉਣ ਸਾਰ ਹੀ ਵਸਤੂਆਂ ਤੁਹਾਡੇ ਕੋਲ ਅਨੰਦਪੁਰ ਸਾਹਿਬ ਨਗਰੀ ਪਹੁੰਚ ਜਾਣਗੀਆਂ। ਫੇਰ ਨਾ ਰਾਖਾਂਗੇ ਨਿਜ ਐਨ। ਫਿਰ ਆਪਣੇ ਘਰ ਨਹੀਂ ਰੱਖਾਂਗੇ, ਇਥੋਂ ਸਿੱਧਾ ਬਰਾਤ ਵਿੱਚ ਲਿਜਾਵਾਂਗੇ ਤੇ ਜਦੋਂ ਬਰਾਤ ਵਾਪਸ ਆ ਗਈ ਉਸੇ ਵੇਲੇ ਵਸਤੂਆਂ ਤੁਹਾਡੇ ਕੋਲ ਇਹ ਭੇਜ ਦਿਆਂਗੇ। ਚਤੁਰ ਹਜ਼ਾਰ ਰਜਤ ਪਨ ਇਨ ਸੰਗ। ਤੇ ਇਹ ਚਾਰੇ ਵਸਤੂਆਂ ਦੇ ਨਾਲ 4000 ਰੁਪਈਆ। ਉਹਨਾਂ ਸਮਿਆਂ ਵਿੱਚ 4000 ਬਹੁਤ ਹੁੰਦਾ ਸੀ। ਪੂਜਾ ਕਰਹਿ ਆਪ ਕੀ ਦੈਨ। ਆਪ ਜੀ ਦੀ ਪੂਜਾ ਕਰਾਂਗੇ। 4000 ਰੁਪਈਆ ਚਾਰੇ ਵਸਤੂਆਂ ਦੇ ਨਾਲ ਆਪ ਜੀ ਦੀ ਪੂਜਾ ਰੱਖਾਂਗੇ। ਏਮ ਸਮਝਾਏ ਕਹਿਓ ਅਬ ਗਮਨਹੁ। ਇਸ ਤਰ੍ਹਾਂ ਸਮਝਾ ਕੇ ਤੇ ਭੀਮ ਚੰਦ ਕਹਿਣ ਲੱਗਾ ਹੁਣ ਤੁਸੀਂ ਗਮਨੋ ਭਾਵ ਜਾਵੋ। 100 ਨਰ ਕੀਨੇ ਤਿਨ ਸਾਥ। 100 ਜਿਹੜੇ ਨਾਲ ਹੋਰ ਸਾਥੀ ਪੰਮੇ ਪ੍ਰੋਹਤ ਤੇ ਕੇਸਰੀ ਚੰਦ ਦੇ ਨਾਲ ਭੀਮ ਚੰਦ ਨੇ ਤੋਰੇ ਐ, ਘੱਲੇ ਐ। ਬਸਤਰ ਬਿਭੂਖਨ ਸ਼ਸਤਰ ਸਾਜ ਕਰ। ਸੋਹਣੇ ਬਸਤਰ, ਸੋਹਣੇ ਸ਼ਸਤਰ ਅਤੇ ਸੋਹਣੇ ਗਹਿਣੇ ਸਜਾ ਕੇ ਚੱਲ ਪਏ। ਚਲੇ ਸ਼ਲਨ ਹਿਤ ਸਰਬਗਨਾਥ। ਸਰਬਗਨਾਥ ਜੋ ਸਰਬ ਕਲਾ ਸਮਰੱਥ ਹਨ ਤੇ ਸਾਰੀ ਗਿਆਤਾ ਰੱਖਣ ਵਾਲੇ ਧੰਨ ਕਲਗੀਧਰ ਪਾਤਸ਼ਾਹ ਜੀ ਹਨ। ਤਿਨਾਂ ਨੂੰ ਇਹ ਮੂਰਖ ਛਲਣ ਵਾਸਤੇ ਜਾ ਰਹੇ ਹੈ, ਜਿਨ੍ਹਾਂ ਦੀ ਰਚੀ ਮਾਇਆ ਨੇ ਸਾਰੇ ਜਗਤ ਨੂੰ ਛਲਿਆ ਹੋਇਆ ਹੈ, ਉਹਨਾਂ ਨੂੰ ਛਲਣ ਹੇਤੂ ਜਾ ਰਹੇ ਹੈ। ਸਨੇ ਸਨੇ ਸਭ ਮਾਰਗ ਉਲੰਘੇ। ਹੌਲੀ ਹੌਲੀ ਸਾਰਾ ਹੀ ਮਾਰਗ ਰਸਤਾ ਜਿਹੜਾ ਉਹ ਲੰਘੇ ਪੈਂਡਾ ਤੈਂ ਕੀਤਾ।
ਗਿਨਤ ਅਨੇਕ ਕਪਟ ਕੀ ਗਾਥ। ਮਨ ਵਿੱਚ ਅਨੇਕ ਹੀ ਕਪਟ ਵਾਲੀਆਂ ਜਿਹੜੀਆਂ ਗੱਲਾਂ ਹਨ ਉਹਨਾਂ ਨੂੰ ਗਿਣਦੇ ਭਾਵ ਵਿਚਾਰਦੇ ਜਾ ਰਹੇ ਹੈ। ਮਨ ਵਿੱਚ ਤਰ੍ਹਾਂ ਤਰ੍ਹਾਂ ਦੇ ਕਪਟ ਜਿਹੜੇ ਆ ਉਹ ਸੋਚਦੇ ਜਾ ਰਹੇ ਹੈ। ਆਨ ਆਨੰਦਪੁਰ ਆਨੰਦ ਨਿਹਾਰਿਓ। ਸ੍ਰੀ ਅਨੰਦਪੁਰ ਸਾਹਿਬ ਨਗਰੀ ਆ ਕੇ ਪਹੁੰਚਿਆ ਜਿਸ ਵੇਲੇ ਅਤੇ ਅਨੰਦਪੁਰ ਨਗਰੀ ਨੂੰ ਆਨੰਦਾਂ ਦੇ ਨਾਲ ਵਸਦੀ ਹੋਈ ਆਨੰਦ ਪੂਰਵਕ ਨਿਹਾਰਿਆ ਹੈ, ਵੇਖਿਆ ਹੈ। ਯਹ ਲਹਿ ਚਾਰ ਪਦਾਰਥ ਹਾਥ। ਜਿੱਥੋਂ ਸਮੂਹ ਜਗਤ ਚਾਰੇ ਪਦਾਰਥ ਹੀ ਪ੍ਰਾਪਤ ਕਰਦਾ ਹੈ। ਧੰਨ ਕਲਗੀਧਰ ਪਾਤਸ਼ਾਹ ਦੀ ਹਜ਼ੂਰੀ ਵਿੱਚ ਪਹੁੰਚ ਕੇ ਸਾਰਾ ਸੰਸਾਰ ਧਰਮ ਅਰਥ ਕਾਮ ਮੋਖ ਦੀਆਂ ਦਾਤਾਂ ਹਾਸਲ ਕਰਦਾ ਹੈ। ਉਸ ਸਤਿਗੁਰੂ ਧੰਨ ਕਲਗੀਧਰ ਪਾਤਸ਼ਾਹ ਜੀ ਦੀ ਨਗਰੀ ਸ੍ਰੀ ਅਨੰਦਪੁਰ ਸਾਹਿਬ ਨਗਰੀ ਪਹੁੰਚੇ ਹੈ। ਡੇਰਾ ਸ਼ੁਭ ਸਥਾਨ ਮੈਂ ਘਾਲਿਓ। ਸ੍ਰੇਸ਼ਟ ਸਥਾਨ ਤੇ ਡੇਰਾ ਲਾਇਆ ਹੈ, ਪੜਾ ਲਾਇਆ ਹੈ। ਭਲੀ ਭਾਂਤ ਕੀਨੋ ਵਿਸਰਾਮ। ਭਲੀ ਪ੍ਰਕਾਰ ਵਿਸ਼ਰਾਮ ਕੀਤਾ ਹੈ, ਭਲੀ ਪ੍ਰਕਾਰ ਇਉਂ ਟਿਕਾ ਕੀਤਾ ਹੈ। ਦੰਡ ਰਜਤ ਧਾਰੀ ਕਹੋ ਪਾਠ ਕਰ। ਫਿਰ ਰਜਤ ਧਾਰੀ ਨਾਮ ਚਾਂਦੀ ਦੀ ਚੋਬ ਧਾਰਨ ਕਰਨ ਵਾਲਾ ਜਿਹੜਾ ਚੋਬਦਾਰ ਸੀ ਉਹਨੂੰ ਸੁਨੇਹਾ ਲਾ ਕੇ ਗੁਰਾਂ ਵੱਲ ਘੱਲਿਆ। ਸੁਧ ਸੁਨਾਏ ਦੀਨਸ ਗੁਣ ਧਾਮ। ਚੋਬਦਾਰ ਨੇ ਜਾ ਕੇ ਗੁਣਾਂ ਦੇ ਧਾਮ ਗੁਣਾਂ ਦੇ ਘਰ ਧੰਨ ਕਲਗੀਧਰ ਪਾਤਸ਼ਾਹ ਸਤਿਗੁਰਾਂ ਨੂੰ ਇਹ ਪੰਮੇ ਪ੍ਰੋਹਤ ਤੇ ਕੇਸਰੀ ਚੰਦ ਦੇ ਆਗਮਨ ਦੀ ਸੁਧ ਖਬਰ ਜਿਹੜੀ ਉਹ ਦਿੱਤੀ ਹੈ। ਸਤਿਗੁਰ ਆਨੰਦ ਚੰਦ ਸੋ ਭਾਖਿਓ। ਸਤਿਗੁਰਾਂ ਨੇ ਤਦੋਂ ਆਪਣੇ ਪ੍ਰਮੁੱਖ ਦੀਵਾਨ ਭਾਈ ਆਨੰਦ ਚੰਦ ਜੀ ਨੂੰ ਕਿਹਾ, ਦੇਹੋ ਦੇਗ ਤੇ ਰਸਤ ਤਮਾਮ। ਭਾਈ ਆਨੰਦ ਚੰਦ ਜੀ ਲੰਗਰ ਵਿੱਚੋਂ ਸਮੂਹ ਜੋ ਰਸਤਾਂ ਵਸਤਾਂ ਲੋੜੀਦੀਆਂ ਹਨ ਚਾਹੀਦੀਆਂ ਹਨ ਉਹ ਇਹ ਭੀਮ ਚੰਦ ਦੇ ਭੇਜੇ ਹੋਏ ਪ੍ਰੋਹਤ ਤੇ ਉਸ ਦੇ ਸੰਬੰਧੀ ਕੋਲ ਭਾਵ ਕੇਸਰੀ ਚੰਦ ਕੋਲ ਭੇਜੋ। ਬਾਸ਼ਤ ਅਪਰ ਸਕਲ ਪਹੁੰਚਾਵਹੁ। ਲੋੜੀ ਦੀਆਂ ਹੋਰ ਵਸਤੂਆਂ ਜੋ ਚਾਹੀਦੀਆਂ ਹੋਣ ਉਹ ਸਾਰੀਆਂ ਹੀ ਪਹੁੰਚਾਓ। ਕਹਿ ਭੇਜਹੁ ਅਬ ਕਰਹੁ ਆਰਾਮ। ਤੇ ਨਾਲ ਹੀ ਇਹ ਕਹਿਲਾਵਾ ਭੇਜ ਦਿਓ ਕਿ ਹੁਣ ਤੁਸੀਂ ਆਰਾਮ ਕਰੋ। ਆਏ ਸਪਾਏ ਦੀਵਾਨ ਕੀਨ ਤਿਮ। ਸਤਿਗੁਰਾਂ ਦੇ ਦੀਵਾਨ ਭਾਈ ਆਨੰਦ ਚੰਦ ਜੀ ਨੇ ਸਤਿਗੁਰਾਂ ਦੀ ਆਗਿਆ ਪਾ ਕੇ ਤੇ ਉਸੇ ਤਰ੍ਹਾਂ ਕੀਤਾ। ਸੁਧ ਸੰਭਾਰ ਅਨੇਕ ਪ੍ਰਕਾਰ। ਅਨੇਕ ਹੀ ਤਰ੍ਹਾਂ ਦੀ ਜਿਹੜੀ ਸੁਧ ਖਬਰ ਹੈ ਸਾਰ ਸੰਭਾਲ ਹੈ ਉਹ ਲਈ ਹੈ। ਖਾਨ ਪਾਨ ਕਰ ਨਿਸਾ ਸੁਪਤ ਹੋਏ। ਸੋ ਸਾਰੀਆਂ ਰਸਤਾਂ ਬਸਤਾਂ ਭੇਜ ਦਿੱਤੀਆਂ ਗਈਆਂ, ਲੋੜੀ ਦੀਆਂ ਵਸਤੂਆਂ ਹਾਜ਼ਰ ਕਰ ਦਿੱਤੀਆਂ ਗਈਆਂ। ਜਲ ਪਾਣੀ ਛਕ ਕੇ ਰਾਤ ਦੋਨਾਂ ਹੀ ਭੇਜੇ ਹੋਏ ਭੀਮ ਚੰਦ ਦੇ ਇਸ ਪ੍ਰੋਹਤ ਤੇ ਕੇਸਰੀ ਚੰਦ ਨੇ ਵਿਸ਼ਰਾਮ ਕੀਤਾ। ਉਠੇ ਸੌਚ ਕੀਨਸ ਭੁਨ ਸਾਰ। ਸਵੇਰ ਹੋਈ ਉੱਠ ਕੇ ਸ਼ੌਚ ਕਿਰਿਆ ਕਰ ਇਸ਼ਨਾਨ ਕੀਤਾ। ਨੀਰ ਸ਼ਰੀਰ ਇਸ਼ਨਾਨ ਠਾਨ ਤਬ। ਜਦੋਂ ਨੀਰ ਜਲ ਦੇ ਨਾਲ ਇਸ਼ਨਾਨ ਕੀਤਾ ਹੈ ਤਨ ਦਾ। ਠਾਕੁਰ ਪੂਜਾ ਮਹਿ ਚਿਤ ਧਾਰ। ਇਸ਼ਨਾਨ ਕਰਕੇ ਜੋ ਆਪਣੀ ਇਹ ਠਾਕੁਰ ਪੂਜਾ ਕਰਦੇ ਹੀ ਸਨ ਕਿਉਂਕਿ ਸਨਾਤਨ ਮਤ ਦੇ ਧਾਰਨੀ ਸਨ। ਸੋ ਇਹਨਾਂ ਨੇ ਪੰਮੇ ਪ੍ਰੋਹਤ ਨੇ ਵੀ ਤੇ ਕੇਸਰੀ ਚੰਦ ਨੇ ਵੀ ਠਾਕੁਰ ਭਾਵ ਪੱਥਰਾਂ ਦੀ ਜਿਹੜੀ ਪੂਜਾ ਮੂਰਤੀ ਪੂਜਨ ਹੈ ਉਹ ਕੀਤਾ ਹੈ। ਦਿਵਸ ਚੜੇ ਤਨ ਸ਼ਸਤਰ ਬਸਤਰ ਧਾਰ। ਦਿਨ ਚੜਿਆ ਤੇ ਸ਼ਸਤਰ ਬਸਤਰ ਸਜਾਏ ਹਨ ਤਨ ਤੇ। ਕਰਹਿ ਪ੍ਰਤੀਖਨ ਮੋਹਿ ਹਕਾਰ। ਮਨ ਵਿੱਚ ਉਡੀਕਦੇ ਹਨ
ਇਹ ਸਤਿਗੁਰੂ ਜੀ ਕਦੋਂ ਸਾਨੂੰ ਹਕਾਰਦੇ ਹਨ, ਕਦੋਂ ਸਾਨੂੰ ਸੱਦਦੇ ਹਨ। ਸ੍ਰੀ ਗੁਰ ਗਰ ਜਾਮਾ ਅਬਿਰਾਮੋ। ਸਤਿਗੁਰਾਂ ਨੇ ਵੀ ਤਦੋਂ ਇਉਂ ਅੰਮ੍ਰਿਤ ਵੇਲੇ ਉੱਠ ਨਿਤ ਦੀ ਕਿਰਿਆ ਕਰਨ ਉਪਰੰਤ ਸਮਾਧੀ ਸਥਿਤ ਹੋ, ਜਿਸ ਵੇਲੇ ਉਥਾਨ ਹੋਏ ਸਮਾਧੀ ਤੋਂ, ਤੇ ਸਤਿਗੁਰਾਂ ਨੇ ਤਦੋਂ ਸੋਹਣਾ ਬਾਣਾ ਧਾਰਨ ਕੀਤਾ ਹੈ। ਧਰ ਸ਼ਮਸ਼ੇਰ ਸ਼ੁਭਤ ਜਿਮ ਸ਼ੇਰ। ਇਹ ਸ਼ਮਸ਼ੇਰ ਤਲਵਾਰ ਗਾਤਰੇ ਪਹਿਨੀ ਹੈ। ਇਸ ਤਰ੍ਹਾਂ ਸ਼ੋਭਦੇ ਹਨ ਕਲਗੀਆਂ ਵਾਲੇ, ਜਿਸ ਤਰ੍ਹਾਂ ਬੱਬਰ ਸ਼ੇਰ ਹੁੰਦਾ ਹੈ। ਟਿਕਿਓ ਕੁਦੰਡ ਅਗਰ ਵੱਡ ਗਾਡੋ। ਤੇ ਕੁਦੰਡ ਜਿਹੜਾ ਹੈ ਭਾਵ ਕਿ ਧਾਰਨ ਕਰਨ ਵਾਲਾ ਚੋਬ, ਉਹ ਸਤਿਗੁਰਾਂ ਦੇ ਅੱਗੋਂ ਖਲੋਤਾ ਹੋਇਆ ਹੈ। ਟਿਕਿਓ ਕੁਦੰਡ ਅਗਰ ਵੱਡ ਗਾਡੋ। ਸਤਿਗੁਰਾਂ ਦੇ ਅੱਗੋਂ ਨਾਮ ਅੱਗੇ ਕੁਦੰਡ ਨੂੰ, ਕੁਦੰਡ ਜਿਹੜਾ ਧਨਖ ਹੈ ਉਹ ਸਤਿਗੁਰਾਂ ਦੇ ਅੱਗੇ ਰੱਖਿਆ ਹੋਇਆ ਹੈ। ਜਿੱਥੇ ਗਾਤਰੇ ਤਲਵਾਰ ਧਾਰਨ ਕੀਤੀ ਹੈ ਉੱਥੇ ਕੁਦੰਡ ਨਾਮ ਧਨਖ ਦਾ ਹੈ। ਸੋ ਧਨਖ ਗੁਰਾਂ ਦੇ ਅੱਗੇ ਰੱਖਿਆ ਹੋਇਆ ਹੈ। ਹਰ ਖਤੰਗ ਧਰ ਕਰ ਮਹਿ ਫੇਰ। ਤਿੱਖਾ ਜਿਹੜਾ ਖਤੰਗ ਹੈ, ਤਿੱਖਾ ਤੀਰ ਹੈ, ਉਹ ਹੱਥ ਵਿੱਚ ਲੈ ਕੇ ਘੁਮਾ ਰਹੇ ਹੈ, ਫੇਰ ਰਹੇ ਹੈ। ਮੁਕਤਾਹਲ ਗਰ ਮਾਲ ਵਿਸਾਲਾ। ਫਿਰ ਮੋਤੀਆਂ ਦੀ ਮਾਲਾ ਗਲ ਵਿੱਚ ਧਾਰਨ ਕੀਤੀ, ਸੁੱਚੇ ਮੋਤੀਆਂ ਦੀ ਮਾਲਾ। ਜਿਗਾ ਜਵਾਹਰ ਜ਼ੇਬ ਉਚੇਰ। ਜਿਹੜੀ ਜਿਗਾ ਹੈ ਜਵਾਹਰਾਤਾਂ ਦੇ ਨਾਲ ਜੜੀ ਹੋਈ, ਮੜੀ ਹੋਈ, ਜਿਹਦੀ ਜੇਬ ਸ਼ੋਭਾ ਬੜੀ ਪ੍ਰਕਾਸ਼ ਰਹੀ ਹੈ, ਉਹ ਗੁਰਾਂ ਨੇ ਦਸਤਾਰੇ ਤੇ ਸਜਾਈ ਹੋਈ ਹੈ। ਕਲਗੀ ਤੋਂਗ ਅਨੰਗ ਰਚੀ ਜਨ। ਤੇ ਜਿਗਾ ਦੇ ਵਿੱਚ ਉੱਪਰ ਜਿਹੜੀ ਕਲਗੀ ਹੈ ਉਹ ਮਾਨੋ ਅਨੰਗ ਕਹੀਏ ਕਾਮਦੇਵ ਤੇ ਨੇ ਬਣਾਈ ਹੋਈ ਹੋਵੇ। ਬਹੁਤ ਸੁੰਦਰ ਕਲਗੀ ਗੁਰਾਂ ਦੇ ਦਸਤਾਰੇ ਤੇ ਸ਼ੋਭ ਰਹੀ ਹੈ। ਅੰਗ ਅੰਗ ਸੁੰਦਰ ਬਹੁਤੇਰ। ਫਿਰ ਅੰਗ ਅੰਗ ਬਹੁਤ ਸੁੰਦਰ ਹਨ ਕਲਗੀਧਰ ਪਾਤਸ਼ਾਹ ਸਤਿਗੁਰਾਂ ਦੇ। ਅੰਤਰ ਸਦਨ ਟਿਕਹਿ ਜਿਸ ਮਾਹੀ। ਇਹ ਜਿਹੜੇ ਸਦਨ, ਜਿਹੜੇ ਘਰ ਦੇ ਵਿੱਚ ਸਤਿਗੁਰੂ ਜੀ ਟਿਕਦੇ ਆ, ਭਾਵ ਬੈਠਦੇ ਆ, ਤਹ ਪਰਯੰਕ ਪਰ ਥਿਰੇ ਸੁਹਾਏ। ਉਥੇ ਪਲੰਗ ਦੇ ਉੱਪਰ ਪਾਤਸ਼ਾਹ ਕੇ ਥਿਰ ਗਏ, ਟਿਕ ਗਏ, ਭਾਵ ਸਜ ਗਏ ਐ। ਮਾਤੁਲ ਨੰਦ ਚੰਦ ਅਰ ਸੰਗੋ। ਮਾਮਾ ਕਿਰਪਾਲ ਚੰਦ ਜੀ, ਇਸੇ ਤਰ੍ਹਾਂ ਦੀਵਾਨ ਭਾਈ ਨੰਦ ਚੰਦ ਜੀ, ਭੂਆ ਪੁੱਤਰ ਭਾਈ ਸੰਗੋ ਸ਼ਾਹ ਆਦ ਹੁਣੀ, ਤੇ ਇਸੇ ਤਰ੍ਹਾਂ ਦਇਆ ਰਾਮ ਦਿਜ ਨਿਕਟ ਬਿਠਾਏ। ਤੇ ਗੁਰੂ ਘਰ ਦੇ ਪੁਰੋਹਿਤ ਭਾਈ ਦਇਆ ਰਾਮ ਜੀ, ਇਹ ਸਾਰਿਆਂ ਨੂੰ ਸਤਿਗੁਰਾਂ ਨੇ ਆਪਣੇ ਕੋਲ ਬਿਠਾਇਆ। ਇਨ ਤੇ ਆਦ ਨਿਕਟ ਜਨ ਵੀ ਸਕ। ਇਹਨਾਂ ਦੇ ਆਦ ਹੋਰ ਜਿਹੜੇ 20 ਸਿਪਾਹੀ ਹਨ, 20 ਉਹ ਸਿਪਾਹੀ ਜਿਹੜੇ ਸ਼ਸਤਰ ਵਿਦਿਆ ਵਿੱਚ ਪ੍ਰੰਗਤ ਹਨ, ਨਿਪੁੰਨ ਹਨ, ਤੇ ਗੁਰਾਂ ਦੇ ਹਜ਼ੂਰੀ ਗੁਰਸਿੱਖ ਹਨਗੇ, ਸ਼ਸਤਰਧਾਰੀ ਸੂਰਮੇ ਹਨਗੇ। ਵਿਸ਼ਿਸ਼ਟ ਜਿਹੜੀ ਇਹ ਪਲਟਨ ਫੌਜ ਹੈ, 20 ਮਨੁੱਖ ਸਤਿਗੁਰਾਂ ਦੇ ਕੋਲ ਹੋਰ ਹਨ, ਕਿਉਂਕਿ 25 ਸਿੱਖ ਜਿਹੜੇ ਆ ਉਹ ਗੁਰਾਂ ਦੀ ਹਜ਼ੂਰੀ ਵਿੱਚ ਨਿਤਾ ਪ੍ਰਤੀ ਹੀ ਰਿਹਾ ਕਰਦੇ ਸਨ। ਕਲਗੀਧਰ ਪਾਤਸ਼ਾਹ ਸਤਿਗੁਰਾਂ ਦੇ ਕੋਲ 25 ਸ਼ਸਤਰਧਾਰੀ ਸੂਰਮੇ ਸਦਾ ਸੇਵਾ ਵਿੱਚ ਹਾਜ਼ਰ ਰਹਿੰਦੇ ਸਨ। ਸਨਮਾਨਤ ਮ੍ਰਿਦ ਭਨਤ ਸੁਨਾਏ। ਤੇ ਸਨਮਾਨਤ ਸਾਰਿਆਂ ਨੂੰ ਗੁਰੂ ਸਨਮਾਨ ਦੇ ਰਹੇ ਹਨ, ਤੇ ਮਧੁਰ ਮਿੱਠੇ ਬਚਨ ਕਹਿ ਕੇ ਸਾਰਿਆਂ ਨੂੰ ਸੁਣਾ ਰਹੇ ਹੈ। ਤਰੁਨ ਤਰਲ ਸਮਦ ਪਹਿ ਪ੍ਰਤਾਪੂ। ਕਲਗੀਧਰ ਪਾਤਸ਼ਾਹ ਸਤਿਗੁਰਾਂ ਦਾ ਪ੍ਰਤਾਪ ਇਸ ਤਰ੍ਹਾਂ ਦਿਖਦਾ ਹੈ, ਇਸ ਤਰ੍ਹਾਂ ਪ੍ਰਕਾਸ਼ਮਾਨ ਹੁੰਦਾ ਹੈ। ਕਹਿੰਦੇ ਜਿਸ ਤਰ੍ਹਾਂ
ਦੁਪਹਿਰ ਦਾ ਸੂਰਜ ਜਿਹੜਾ ਹੈ ਉਹਦਾ ਪ੍ਰਕਾਸ਼ ਪ੍ਰਕਾਸ਼ਿਤ ਹੁੰਦਾ ਹੈ। ਜਿਵੇਂ ਸੂਰਜ ਨੂੰ ਜਦੋਂ ਜਵਾਨੀ ਚੜ੍ਹ ਆਉਂਦੀ, ਭਾਵ ਦੁਪਹਿਰ ਦਾ ਸੂਰਜ ਤੇਜ ਪ੍ਰਚੰਡ ਤਿੱਖੇ ਪ੍ਰਤਾਪ ਦੇ ਸੰਯੁਕਤ ਹੁੰਦਾ ਹੈ, ਇਉਂ ਧੰਨ ਕਲਗੀਧਰ ਪਾਤਸ਼ਾਹ ਸਤਿਗੁਰੂ ਜੀ ਸ਼ੋਭਦੇ ਹੈ। ਤਰਨ ਆਰਬਲ ਤਨ ਮਹਿ ਆਏ, ਕਿਉਂਕਿ ਤਨ ਵਿੱਚ ਤਰਣਾ ਅਵਸਥਾ ਆ ਗਈ ਹੈ। ਹੁਣ ਸਤਿਗੁਰੂ ਜੀ ਯੁਵਾ ਅਵਸਥਾ ਵਿੱਚ ਪਹੁੰਚ ਗਏ ਹੈ। ਪ੍ਰਥਮ ਕਿਸ਼ੋਰਾ ਅਵਸਥਾ ਸੀ। ਪ੍ਰਥਮ ਜਦੋਂ ਸਤਿਗੁਰਾਂ ਦੀ ਸ਼ਹਾਦਤ ਹੋਈ, ਗੁਰਤਾ ਗੱਦੀ ਤੇ ਸਜੇ, ਉਦੋਂ ਹਾਲੇ ਬਾਲਕ ਅਵਸਥਾ ਸੀ। ਫਿਰ ਸ਼ਸਤਰ ਵਿਦਿਆ ਦਾ ਅਭਿਆਸ ਕਰਦੇ ਰਹੇ ਕਿਸ਼ੋਰਾ ਅਵਸਥਾ ਵਿੱਚ, ਤੇ ਹੁਣ ਧੰਨ ਕਲਗੀਧਰ ਪਾਤਸ਼ਾਹ ਸਤਿਗੁਰੂ ਜੀ ਪੂਰੀ ਯੁਵਾ ਅਵਸਥਾ ਵਿੱਚ ਪਹੁੰਚ ਗਏ ਹਨਗੇ। ਕਰੀਬ 16-17 ਸਾਲਾਂ ਦੀ ਆਯੂ ਜਿਹੜੀ ਹੈ ਉਹ ਹੋ ਗਈ ਹੈ। ਸਿੰਘ ਪੌਰ ਪਰ ਖਰੇ ਸੈਂਕਰੇ, ਤੇ ਜਿਹੜਾ ਸਿੰਘ ਪੌਰ ਹੈ, ਸ਼ੇਰ ਦਰਵਾਜ਼ਾ ਹੈ, ਉੱਥੇ ਸੈਂਕੜੇ ਨਾਮ 100 ਦੀ ਗਿਣਤੀ ਵਿੱਚ ਜਿਹੜੇ ਸਿਪਾਹੀ ਹਨ ਸਤਿਗੁਰਾਂ ਦੇ, ਇਹ ਸੰਗੀ ਸੂਰਮੇ ਫੌਜ ਹੈ, ਉਹ ਖਲੋਤੀ ਹੋਈ ਹੈ। ਸ਼ਸਤਰ ਸਹਿਤ ਸੂਰੇ ਸਵਧਾਨ, ਸਾਰੇ ਸੂਰਮੇ ਸ਼ਸਤਰਾਂ ਬਸਤਰਾਂ ਦੇ ਨਾਲ ਸੁਸੱਜਿਤ ਸਾਵਧਾਨ ਹੋ ਖਲੋਤੇ ਹੈ। ਪੰਮਾ ਪ੍ਰੋਹਤ ਚੰਦ ਕੇਸਰੀ, ਤਾਂ ਉਸ ਵੇਲੇ ਭੀਮ ਚੰਦ ਦੇ ਭੇਜੇ ਹੋਏ ਇਹ ਦੋਨੋਂ ਹੀ, ਪੰਮਾ ਪ੍ਰੋਹਤ ਤੇ ਕੇਸਰੀ ਚੰਦ, ਲੈ ਵੀ ਸਕਾ ਮਾਨਵ ਅਗਵਾਨ, 20 ਮਨੁੱਖ ਆਪਣੇ ਨਾਲ ਅੱਗੋਂ ਲੈ ਕੇ ਆਏ। ਆਏ ਦੁਆਰ ਪਰ ਥਿਰੇ ਸੁਨਦ ਬਦ, ਇਹ ਵੀ ਸ਼ਸਤਰਾਂ ਨਾਲ ਸਨੱਧ-ਬੱਧ ਤਿਆਰ ਬਰ ਤਿਆਰ ਹਨ। ਤੇ ਸਿੰਘ ਪੌਰ ਜਿਹੜਾ ਸ਼ੇਰ ਦਰਵਾਜ਼ਾ ਹੈ, ਉੱਥੇ ਆ ਕੇ ਖਲੋ ਗਏ। ਗੁਰੂ ਨਿਕਟ ਸੁਧ ਕੀਨ ਬਖਾਨ, ਸਤਿਗੁਰਾਂ ਦੇ ਕੋਲ ਆਪਣੇ ਆਉਣ ਦੀ ਸੁਧ ਸੂਚਨਾ ਭੇਜ ਦਿੱਤੀ। ਸ਼੍ਰੀ ਮੁਖ ਤੇ ਫੁਰਮਾਏ ਜਨਾਇਓ, ਸਤਿਗੁਰਾਂ ਨੇ ਤਦੋਂ ਸੁਭਾਏਮਾਨ ਮੁਖਾਰਬਿੰਦ ਵਿੱਚੋਂ ਜਨਾਉਂਦਿਆਂ ਹੋਇਆਂ ਫਰਮਾਇਆ, ਦੱਸਿਆ, ਚਤਰ ਘਟੀ ਬੈਠ ਹੈ ਇਸ ਥਾਨ, ਕਿ 4 ਘੜੀਆਂ ਇਹ ਸ਼ੇਰ ਦਰਵਾਜ਼ੇ ਦੇ ਬਾਹਰ ਹੀ ਬੈਠ ਜਾਣ, ਸੱਜ ਜਾਣ। ਦੁਆਰਪਾਲ ਨਿਜ ਨਿਕਟ ਬਿਠਾਏ, ਤੇ ਦੁਆਰਪਾਲ ਉਹਨਾਂ ਨੂੰ ਆਪਣੇ ਕੋਲ ਬਿਠਾ ਲਵੇ, ਹਾਲੇ ਦੀਵਾਨ ਵਿੱਚ ਨਾ ਆਉਣ। ਪਹਿਲੋਂ ਸੰਗਤ ਜਿਹੜੀ ਆ ਰਹੀ ਹੈ ਦਰਸ਼ਨ ਕਰ ਲਵੇ। ਜਿਸ ਵੇਲੇ ਸੰਗਤ ਸਾਰੀ ਖੁੱਲੇ ਦਰਸ਼ਨ ਦਿਦਾਰੇ ਕਰ ਲਵੇਗੀ, ਉਪਰੰਤ ਫਿਰ ਉਹ ਵੀ ਆ ਜਾਣ, ਹਲੇ ਉਹ ਸ਼ੇਰ ਦਰਵਾਜ਼ੇ ਤੇ ਬੈਠਣ। ਹੋਏ ਅਵਕਾਸ਼ ਹਕਾਰ ਹੈ ਪਾਸ, ਜਦੋਂ ਅਵਕਾਸ਼ ਜਾਣਾਂਗੇ, ਸਮਾਂ ਜਾਣਾਂਗੇ, ਤਾਂ ਫਿਰ ਅਸੀਂ ਇਹਨਾਂ ਨੂੰ ਹਕਾਰ ਲਵਾਂਗੇ, ਅੰਦਰ ਬੁਲਾ ਲਵਾਂਗੇ, ਹਲੇ ਬਾਹਰ ਹੀ ਬੈਠਣ। ਕਰਨ ਅਨਾਦਰ ਦਰ ਅਟਕਾਏ, ਅਨਾਦਰ ਕਰਨ ਵਾਸਤੇ, ਅਪਮਾਨ ਕਰਨ ਵਾਸਤੇ ਇਹਨਾਂ ਨੂੰ ਬਾਹਰ ਹੀ ਟਿਕਾ ਲਿਆ। ਸਤਿਗੁਰਾਂ ਨੇ ਬਾਹਰ ਹੀ ਰੋਕ ਦਿੱਤਾ। ਜਿਨ ਉਰਸ਼ਾਲ ਹੰਕਾਰ ਨਿਵਾਸ, ਜਿਨ੍ਹਾਂ ਦੇ ਹਿਰਦੇ ਵਿੱਚ ਛਲ ਭਰਿਆ ਹੋਇਆ ਹੈ, ਕਪਟ ਭਰਿਆ ਹੋਇਆ ਹੈ, ਤੇ ਹੰਕਾਰ ਦੇ ਘੋੜੇ ਤੇ ਚੜੇ ਹੋਏ ਹਨਗੇ ਅਭਿਮਾਨੀ। ਇਹਨਾਂ ਦੇ ਹਿਰਦੇ ਦੇ ਕਪਟ ਤੇ ਛਲ ਨੂੰ ਜਾਣਦਿਆਂ ਗੁਰਾਂ ਨੇ ਅਪਮਾਨ ਕਰਨ ਵਾਸਤੇ ਕੁਝ ਕਾਲ ਬਾਹਰ ਹੀ ਖਿਲਾਰ ਦਿੱਤਾ। ਬੈਠੇ ਕਰਤ ਪ੍ਰਤੀਖਨ ਦੇਖਤ, ਬਾਹਰ ਸਿੰਘ ਸ਼ੇਰ ਦਰਵਾਜ਼ੇ ਤੇ ਬੈਠੇ ਹਨ ਤੇ ਪ੍ਰਤੀਖ ਰਹੇ, ਉਡੀਕ ਰਹੇ ਹੈ ਸਤਿਗੁਰੂ ਜੀ ਕਦੋਂ ਆਮੰਤਰਿਤ ਕਰਨਗੇ, ਕਦੋਂ ਸੱਦਣਗੇ। ਗੁਰ ਕੇ ਪੌਰ ਪ੍ਰਤਾਪ ਪ੍ਰਕਾਸ਼, ਸਤਿਗੁਰਾਂ ਦੇ ਪੌਰ ਦਰਵਾਜ਼ੇ ਤੇ ਬਹੁਤ ਤੇਜ ਪ੍ਰਕਾਸ਼ ਪ੍ਰਕਾਸ਼ਿਤ ਹੋ ਰਿਹਾ ਹੈ। ਸੰਗਤ ਬ੍ਰਿੰਦ ਬੰਦਨਾ ਠਾਨਤ, ਕਿ ਬਹੁਤ ਸੰਗਤ ਅੰਦਰ ਜਾ ਰਹੀ ਹੈ।
ਗੁਰਾਂ ਦੇ ਦੀਦਾਰ ਕਰ ਰਹੀ ਹੈ, ਦਰਸ਼ਨ ਕਰ ਰਹੀ ਹੈ। ਤੇਮ ਪੁਰ ਜਾਨ ਪੁਨ ਜਾਹੇ ਆਵਾਸ। ਇਸੇ ਤਰ੍ਹਾਂ ਪੁਰਜਨ ਨਗਰ ਵਾਸੀ ਲੋਕ ਜਿਹੜੇ ਆ ਉਹ ਵੀ ਸਿੱਧੇ ਹੀ ਦਰਵਾਜ਼ਾ ਲੰਘ ਕੇ ਗੁਰੂ ਦੇ ਦਰਸ਼ਨਾਂ ਨੂੰ ਜਾ ਰਹੇ। ਇਹ ਬਾਹਰ ਬੈਠੇ ਆ, ਇਹਨਾਂ ਦੇ ਕੋਲੋਂ ਦੀ ਸੰਗਤ ਲੰਘ ਕੇ ਜਾ ਰਹੀ ਹੈ ਤੇ ਇਹ ਉਡੀਕ ਰਹੇ ਆ ਗੁਰਦੇਵ ਕਦੋਂ ਸਾਨੂੰ ਜਿਹੜਾ ਹੈ ਉਹ ਆਮੰਤਰਿਤ ਕਰਨਗੇ। ਸ਼੍ਰੀ ਅਨੰਦਪੁਰ ਕੇ ਨਰਵਾਸੀ। ਸ੍ਰੀ ਅਨੰਦਪੁਰ ਸਾਹਿਬ ਨਗਰ ਵਾਸੀ ਜਿਹੜੇ ਲੋਕ ਹਨ, ਸਗਰੇ ਠਨ ਹੈ ਦੁਆਰ ਪ੍ਰਣਾਮ। ਸਾਰੇ ਹੀ ਦੁਆਰ ਤੇ ਜਾ ਕੇ ਪ੍ਰਣਾਮ ਕਰਦੇ ਐ, ਗੁਰਾਂ ਨੂੰ ਨਮਸਕਾਰ ਕਰਦੇ ਐ। ਬਾਹਰ ਜਾਏ ਨਿਜ ਕਾਜ ਲੱਗ ਹੈ। ਇਉਂ ਸਤਿਗੁਰਾਂ ਨੂੰ ਨਮਸਕਾਰ ਕਰਕੇ ਹਾਜ਼ਰੀ ਲਵਾ ਕੇ ਗੁਰਾਂ ਕੋਲ ਤੇ ਫਿਰ ਆਪਣੇ ਕਾਰਜਾਂ ਨੂੰ ਲੱਗ ਜਾਂਦੇ। ਕਿਉਂ ਨਗਰ ਵਾਸੀ ਸੰਗਤਾਂ ਦਾ ਨਿਯਮ ਸੀ ਕਿ ਸਾਰੀ ਨਗਰ ਵਾਸੀ ਸੰਗਤ ਨੇ ਸਰਬ ਪ੍ਰਥਮ ਪ੍ਰਾਤଃ ਕਾਲ ਜਦੋਂ ਜਦੋਂ ਵੀ ਕੋਈ ਅੰਮ੍ਰਿਤ ਵੇਲੇ ਜਿੰਨੇ ਸਮੇਂ ਵੀ ਉੱਠਦਾ ਤਿਆਰ ਹੁੰਦਾ ਹੈ, ਉਹ ਸਰਬ ਪ੍ਰਥਮ ਗੁਰੂ ਹਜ਼ੂਰੀ ਵਿੱਚ ਉਹਨੇ ਹਾਜ਼ਰੀ ਲਵਾਉਣੀ ਹੈ, ਨਮਸਕਾਰ ਕਰਨੀ। ਫਿਰ ਆਪਣੇ ਜਿਹੜੇ ਔਕਾਰ ਵਿਹਾਰ ਜਿਹੜੇ ਦੁਕਾਨਦਾਰਾਂ ਦੇ ਜਾਂ ਹੋਰ ਆਪਣੇ ਨਿੱਜੀ ਕੰਮ, ਫਿਰ ਉਹਨਾਂ ਕੰਮਾਂ ਵਿੱਚ ਜਾ ਲੱਗਣਾ। ਸੋ ਇਹ ਜਿਹੜੇ ਨਗਰ ਵਾਸੀ ਲੋਕ ਇਸ ਤਰ੍ਹਾਂ ਆ ਰਹੇ, ਦਰਸ਼ਨ ਕਰਕੇ ਜਾ ਰਹੇ। ਅਨਕ ਪ੍ਰਕਾਰਨ ਕੇ ਸਭ ਧਾਮ। ਤੇ ਅਨੇਕ ਤਰ੍ਹਾਂ ਦੇ ਧਾਮ ਘਰ ਦੇ ਕੰਮਾਂ ਕਾਰਾਂ ਵਿੱਚ ਜਾ ਕੇ ਲੱਗ ਜਾਂਦੇ। ਹੋਤ ਬੰਦਨਾ ਭੀਰ ਅਦਕ ਨਾਰ। ਸਤਿਗੁਰਾਂ ਦੀ ਹਜ਼ੂਰੀ ਵਿੱਚ ਸੰਗਤਾਂ ਦੀ ਬਹੁਤ ਭੀੜ ਲੱਗੀ ਹੋਈ ਹੈ। ਬਹੁਤ ਸੰਗਤਾਂ ਗੁਰਾਂ ਦੇ ਦੀਦਾਰ ਕਰ ਰਹੀਆਂ, ਭੇਟਾਵਾਂ ਗੁਰੂ ਚਰਨਾਂ ਵਿੱਚ ਅਰਪਣ ਕਰ ਰਹੀਆਂ। ਆਵਹਿ ਜਾਹੇ ਜਪਹਿ ਸਤਨਾਮ। ਸੰਗਤਾਂ ਦਰਸ਼ਨ ਕਰਨ ਆਉਂਦੀਆਂ, ਦਰਸ਼ਨ ਦੀਦਾਰੇ ਕਰਕੇ ਜਾਂਦੀਆਂ। ਦਰਸ਼ਨ ਕਰਨ ਆਉਣ ਵਾਲੀਆਂ ਸੰਗਤਾਂ ਵੀ ਸਤਨਾਮ ਸ੍ਰੀ ਵਾਹਿਗੁਰੂ ਦਾ ਜਾਪ ਕਰਦੀਆਂ ਆਉਂਦੀਆਂ। ਦਰਸ਼ਨ ਕਰਦਿਆਂ ਵਾਪਸ ਜਾਣ ਵੇਲੇ ਵੀ ਸਤਨਾਮ ਸ੍ਰੀ ਵਾਹਿਗੁਰੂ ਮੰਤਰ ਜਪਦੀਆਂ ਜਾਂਦੀਆਂ। ਹੇਰ ਹੇਰ ਹੈਰਾਨੀ ਹੋਵੇ ਹੈ। ਇਹ ਬਾਹਰ ਬੈਠੇ ਨਾਲੇ ਉਡੀਕ ਰਹੇ ਹੈ, ਨਾਲੇ ਹੈਰਾਨ ਹੋ ਰਹੇ ਵੇਖ ਵੇਖ ਕੇ ਇੰਨੀ ਸੰਗਤਾਂ ਦੀ ਗੁਰਾਂ ਕੋਲ। ਤੇ ਫਿਰ ਇਸ ਗੱਲੋਂ ਵੀ ਹੈਰਾਨ ਹਨ ਕਿ ਸੰਗਤ ਜਾ ਰਹੀ ਹੈ, ਕੋਈ ਰੋਕ ਟੋਕ ਨਹੀਂ ਹੈ, ਪਰ ਸਾਨੂੰ ਸਤਿਗੁਰਾਂ ਨੇ ਰੋਕਿਆ ਹੋਇਆ ਹੈ ਤੇ ਉਡੀਕ ਕਰਵਾ ਰਹੇ ਹੈ। ਪੂਰਨ ਗੁਰ ਸਭ ਅੰਤਰ ਜਾਮ। ਇਹ ਸਤਿਗੁਰੂ ਜੀ ਤੇ ਪੂਰਨ ਹਨ ਤੇ ਅੰਤਰਜਾਮੀ। ਇਹ ਵੀ ਸੋਚਦੇ ਹੈ ਕਿ ਅਵਸ਼ਯ ਹੀ ਸਤਿਗੁਰਾਂ ਨੇ ਸਾਡੇ ਆਉਣ ਦੇ ਬਾਬਤ ਜਾਣ ਲਿਆ ਹੈ ਤੇ ਜੋ ਮਨ ਵਿੱਚ ਕਪਟ ਛਲ ਹੈ ਉਹ ਵੀ ਜਾਣ ਗਏ ਹੈ। ਤਉ ਮਹਾ ਦ੍ਰਿੜ ਕਪਟ ਨਾ ਛੋਡਾ। ਸਤਿਗੁਰਾਂ ਦੇ ਤੇਜ ਪ੍ਰਤਾਪ ਨੂੰ ਲਖਣ ਉਪਰੰਤ ਵੀ ਜਿਹੜਾ ਮਨ ਵਿੱਚ ਕਪਟ ਹੈ ਉਹਨੂੰ ਹੋਰ ਦ੍ਰਿੜਤਾ ਨਾਲ ਪਕੜਿਆ ਹੋਇਆ ਹੈ, ਕਪਟ ਨਹੀਂ ਛੱਡ ਰਹੇ ਹਨ। ਭੀਮ ਚੰਦ ਜਿਮ ਪਠੇ ਸਿਖਾਏ। ਤੇ ਭੀਮ ਚੰਦ ਨੇ ਜਿਸ ਤਰ੍ਹਾਂ ਸਿਖਾ ਕੇ ਪਠੇ ਸਨ, ਭੇਜੇ ਸਨ ਦੋਨੋਂ ਹੀ। ਕਿਤਕ ਘਟੀ ਬੀਤੇ ਬੁਲਵਾਏ। ਉਸੇ ਤਰ੍ਹਾਂ ਕਪਟ ਮਨ ਵਿੱਚ ਚੱਲ ਰਿਹਾ ਹੈ, ਕਪਟ ਦੀਆਂ ਗੱਲਾਂ ਸੋਚ ਰਹੇ ਹਨ ਬਾਹਰ ਬੈਠੇ। ਕਿਤਨਾ ਸਮਾਂ ਗੁਜ਼ਰਿਆ ਤਾਂ ਕਲਗੀਧਰ ਪਾਤਸ਼ਾਹ ਸਤਿਗੁਰਾਂ ਨੇ ਫਿਰ ਇਹਨਾਂ ਨੂੰ ਆਮੰਤਰਿਤ ਕੀਤਾ, ਸੱਦਿਆ। ਅੰਤਰ ਪ੍ਰਵੇਸ਼ੇ ਦੇਖੇ ਜਾਏ। ਅੰਦਰ ਪ੍ਰਵੇਸ਼ ਹੋਏ ਦੀਵਾਨ ਵਿੱਚ ਸਤਿਗੁਰਾਂ ਦੇ ਜਾ ਕੇ ਦਰਸ਼ਨ ਕੀਤੇ। ਰਚਨਾ ਅਨਕ ਪ੍ਰਕਾਰਨ ਕੀਜੈ। ਕੀ ਜੈ ਜਿੱਥੇ ਅਨੇਕ ਤਰ੍ਹਾਂ ਦੀ ਰਚਨਾ ਰਚੀ ਹੋਈ ਹੈ। ਗੁਰਾਂ ਦਾ ਦੀਵਾਨ ਜੋ ਦਰਬਾਰ ਹੈ ਉਹਦੀ ਰਚਨਾ ਬੜੀ ਅਦੁੱਤੀ ਹੈ। ਸੋਹਣੇ ਫਰਸ਼ ਵਿਛੇ ਹੋਏ ਹਨ ਕਿ ਬੜੇ ਸੁੰਦਰ ਗਲੀਚੇ ਵਿਛੇ ਹੋਏ ਹਨ। ਫਿਰ ਗੁਰਾਂ ਦਾ ਸਿੰਘਾਸਨ ਅਦੁੱਤੀ ਸ਼ੋਭ ਰਿਹਾ ਹੈ। ਉੱਪਰ ਚੰਦੋਆ ਤਣਿਆ ਹੋਇਆ ਹੈ, ਚਵਰਦਾਰ ਚਵਰ ਕਰ ਰਹੇ ਹਨ। ਇਸੇ ਪ੍ਰਕਾਰ ਪਵਨ ਝੱਲਣ ਵਾਲੇ
ਪਵਨ ਪੱਖੇ ਲੈ ਕੇ ਖਲੋਤੇ ਹੋਏ ਹਨ। ਇਸੇ ਤਰ੍ਹਾਂ ਜਿਹੜੇ ਸੂਰਜਮੁਖੀਏ ਲੈ ਕੇ ਉਹ ਵੀ ਦੋ ਸਿੱਖ ਖਲੋਤੇ ਆ, ਚੌਬਦਾਰ ਖਲੋਤੇ ਹੋਏ ਹਨਗੇ। ਗੁਰਾਂ ਦਾ ਜੋ ਜਲਾਲ ਬੜਾ ਅਦੁੱਤੀ ਹੈ। ਫਿਰ ਜਿਹੜਾ ਇਹ ਦਰਬਾਰ ਹੈ ਦੀਆਂ ਕੰਧਾਂ ਤੇ ਵੀ ਸੋਹਣੀ ਚਿੱਤਰਕਾਰੀ ਕੀਤੀ ਹੋਈ ਹੈ। ਬੜਾ ਅਦੁੱਤੀ ਗੁਰਾਂ ਦਾ ਦਰਬਾਰ ਵੇਖਿਆ ਹੈ ਤੇ ਦੰਗ ਰਹਿ ਗਏ। ਸ਼ਸਤਰ ਪਾਨ ਜੇਤ ਕਿਤ ਦਰਸਾਏ। ਫਿਰ ਜਿੱਧਰ ਵੀ ਵੇਂਦੇ ਆ ਉਧਰੇ ਸ਼ਸਤਰ ਧਾਰੀ ਸੂਰਮੇ ਖਲੋਤੇ ਹੋਏ ਹਨਗੇ। ਗੁਰਾਂ ਦੀ ਫੌਜ, ਗੁਰਾਂ ਦੇ ਸਿਪਾਹੀ, ਗੁਰਾਂ ਦੇ ਸਿੱਖ ਜਿਨ੍ਹਾਂ ਨੇ ਸ਼ਸਤਰ ਧਾਰਨ ਕੀਤੇ, ਤਲਵਾਰਾਂ ਪਾਈਆਂ, ਢਾਲਾਂ ਪਾਈਆਂ ਹੋਈਆਂ, ਸਿਰ ਤੇ ਚੱਕਰ ਪਾਏ ਹੋਏ ਹਨਗੇ। ਇਸੇ ਤਰ੍ਹਾਂ ਹੱਥਾਂ ਦੇ ਵਿੱਚ ਬਰਸ਼ੇ, ਹੱਥ ਦੇ ਵਿੱਚ ਜਿਹੜੇ ਕਰਪੇ ਬਰਸ਼ੇ, ਕਿਸੇ ਨੇ ਗੰਡਾਸੇ, ਕਿਸੇ ਦੇ ਹੱਥ ਦੇ ਵਿੱਚ ਸਫਾ ਜੰਗ, ਕੋਈ ਤਵਰ ਫੜੀ ਖਲੋਤਾ। ਸ਼ਸਤਰਾਂ ਦੇ ਨਾਲ ਸਿੰਘ ਜਿਹੜੇ ਉਹ ਸੁਸੱਜਤ ਵੇਖਦੇ ਆ। ਸਨੇ ਸਨੇ ਪਹੁੰਚੇ ਤੇ ਸਮੰਦਰ। ਤੇ ਮਨ ਵਿੱਚ ਛਲ ਹੈ ਨਾ ਤਾਂ ਤੇ ਭੈ ਵੀ ਹੈ। ਚਾਰ ਚ ਫਿਰ ਤਿਆਰ ਬਰ ਤਿਆਰ ਫੌਜਾਂ ਖਲੋਤੀਆਂ ਵੇਖੀਆਂ ਤੇ ਛਲ ਹੋਣੇ ਕਰਕੇ ਭੈ ਵੀ ਆ ਰਿਹਾ ਹੈ। ਸੰਗਤਾਂ ਵੀ ਦਰਸ਼ਨ ਕਰ ਰਹੀਆਂ ਨਿਰਭੈਤਾ ਨਾਲ, ਪਰ ਇਹਨਾਂ ਦੇ ਆਪਣੇ ਮਨ ਵਿੱਚ ਛਲ ਹੈ ਤਾਂ ਤੇ ਭੈ ਹੈ ਮਨ ਵਿੱਚ ਕਿ ਜੇ ਅਸੀਂ ਕਿਸੇ ਤਰ੍ਹਾਂ ਦੇ ਵੀ ਕੋਈ ਬਚਨ ਕੀਤੇ ਤੇ ਅਸੀਂ ਕਿਤੇ ਇਹਨਾਂ ਦੇ ਹੱਥ ਆ ਨਾ ਜਾਈਏ। ਸੋ ਮਨ ਵਿੱਚ ਤਰ੍ਹਾਂ ਤਰ੍ਹਾਂ ਦੀਆਂ ਭੈ ਵਾਲੀਆਂ ਗੱਲਾਂ ਆ ਰਹੀਆਂ ਤੇ ਹੌਲੀ ਹੌਲੀ ਚੱਲ ਕੇ ਗੁਰਾਂ ਕੋਲ ਪਹੁੰਚੇ। ਬੈਠੇ ਕਲਗੀ ਧਰ ਹਰ ਖਾਏ। ਕਲਗੀਧਰ ਪਾਤਸ਼ਾਹ ਸਤਿਗੁਰੂ ਜੀ ਆਸਣ ਤੇ ਸਜੇ। ਇਹਨਾਂ ਨੂੰ ਵੇਖ ਕੇ ਗੁਰਦੇਵ ਪ੍ਰਸੰਨ ਹੋਏ। ਨਮਰ ਭਏ ਦਰਸ਼ਨ ਕੋ ਹੀਰਤ। ਇਹਨਾਂ ਦਰਸ਼ਨ ਕੀਤੇ, ਨਿਵ ਕੇ ਗੁਰਾਂ ਨੂੰ ਨਮਸਕਾਰ ਕੀਤੀ। ਹਾਥ ਬੰਦ ਕਰ ਬੰਦਨ ਕੀਨ। ਦੋਨੋਂ ਹੱਥ ਜੋੜ ਕੇ ਗੁਰਾਂ ਨੂੰ ਬੰਦਨਾ ਕੀਤੀ। ਪੁਨ ਰਾਜੇ ਕੀ ਨਮੋ ਕਰੀ ਪਗ। ਫਿਰ ਰਾਜੇ ਵੱਲੋਂ ਗੁਰੂ ਚਰਨਾਂ ਤੇ ਨਮਸਕਾਰ ਕੀਤੀ ਹੈ। ਲੈ ਆਏ ਸਭ ਬੈਠੇ ਮੁੱਦ ਭੀਨ। ਤੇ ਸਤਿਗੁਰਾਂ ਦੀ ਆਇਸ ਲੈ ਕੇ, ਸਤਿਗੁਰਾਂ ਦੀ ਆਗਿਆ ਲੈ ਕੇ ਬੜੀ ਮੁੱਦਤਾ ਨਾਲ, ਬੜੀ ਪ੍ਰਸੰਨਤਾ ਦੇ ਨਾਲ ਇਹ ਹਜ਼ੂਰੀ ਵਿੱਚ ਸਜ ਗਏ। ਗੁਰਾਂ ਸਨਮਾਨ ਦਿੱਤਾ, ਮੁਸਕਰਾਏ ਵੀ ਇਹਨਾਂ ਨੂੰ ਆਇਆ ਵੇਖ ਕੇ। ਤੇ ਦੋਨੋਂ ਹੀ ਫਿਰ ਸਤਿਗੁਰਾਂ ਦੇ ਕੋਲ ਹਜ਼ੂਰੀ ਵਿੱਚ, ਜਿੱਥੇ ਬਾਕੀ ਸੰਗਤਾਂ ਸਜੀਆਂ ਹੋਈਆਂ ਸਨ, ਉੱਥੇ ਇਹ ਬੈਠ ਗਏ ਐ। ਸੋ ਸਾਧ ਸੰਗਤ ਕਥਾ ਵਿਚਾਰ ਦੀ ਸਮਾਪਤੀ ਕਰਦੇ ਹਾਂ। ਤੁਸ਼ਬੁੱਧੀ ਹੈ ਦਾਸਾਂ ਦੀ ਸੁਭਾਵਕ ਅਨੇਕ ਪ੍ਰਕਾਰ ਦੀਆਂ ਗਲਤੀਆਂ ਹੋ ਗਈਆਂ। ਸਾਧ ਸੰਗਤ ਬਖਸ਼ਣ ਯੋਗ ਹੈ, ਕਿਰਪਾ ਕਰਕੇ ਬਖਸ਼ ਲੈਣਾ। ਧੰਨ ਸਤਿਗੁਰੂ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸ੍ਰੇਸ਼ਟ ਮਤ ਦੇਣ ਵਾਲੇ ਹਨ। ਅੱਗੇ ਵਾਸਤੇ ਸੁਧ ਕਥਾ ਵਿਚਾਰ ਕਰਨ ਦੀ ਬੁੱਧੀ ਬਖਸ਼ਣ। ਸਭ ਹੀ ਸੰਗਤਾਂ ਦੇ ਲੋਕ ਸੁਖੀਏ, ਪਰਲੋਕ ਸੁਹੇਲੇ ਕਰਨ। ਨਮਰ ਭਏ ਦਰਸ਼ਨ ਕੋ ਹੀਰਤ। ਹਾਥ ਬੰਦ ਕਰ ਬੰਦਨ ਕੀਨ। ਪੁਨ ਰਾਜੇ ਕੀ ਨਮੋ ਕਰੀ ਪਗ। ਲੈ ਆਏ ਸਭ ਬੈਠੇ ਮੁੱਦ ਭੀਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।